ਹੇਤ ਬਨੇ ਜਹ ਧਾਮ। ਜਿੱਥੇ ਵਸਣ ਵਾਸਤੇ ਸੁੰਦਰ ਧਾਮ ਘਰ ਬਣੇ ਹੋਏ ਆ। ਜਾਮ ਜਾਮਨੀ ਜਾਗਰਤ ਤੇ ਭਏ। ਜਦੋਂ ਰਾਤ ਹੋਈ ਨਾ, ਇੱਕ ਪਹਿਰ ਰਾਤ ਰਹਿੰਦਿਆਂ, ਭਾਵ ਦਿਨ ਚੜ੍ਹਨ ਤੇ ਇੱਕ ਪਹਿਰ ਰਹਿੰਦਾ ਹੈ ਜੇ ਰਾਤ ਦਾ, ਤੇ ਸਾਰੇ ਹੀ ਜਾਗ ਪਏ ਹਨ। ਸਤਿਗੁਰੂ ਵੀ, ਬਾਬਾ ਜੀ ਵੀ, ਸੰਗਤਾਂ ਸਾਰੀਆਂ। ਸੌਚ ਇਸ਼ਨਾਨ ਆਦ ਸਭ ਕਏ। ਸਭ ਨੇ ਸ਼ੌਚ ਕਿਰਿਆ ਸੋਧੀ ਵੈ, ਮਲ ਮੂਤ ਦੀ ਉਪਰੰਤ ਸ਼ੌਚ ਇਸ਼ਨਾਨ ਪਵਿੱਤਰਤਾ ਵਾਸਤੇ ਇਸ਼ਨਾਨ ਕੀਤਾ ਹੈ। ਭਏ ਪ੍ਰਕਾਸ਼ ਮਿਟਿਓ ਅੰਧਕਾਰਾ। ਜਦੋਂ ਸੂਰਜ ਚੜ੍ਹ ਆਇਆ ਤੇ ਹਨੇਰਾ ਜਿਹਾ ਦੂਰ ਹੋ ਗਿਆ ਹੈ। ਸਰ ਕਾਰਜ ਕੋ ਤਬਹਿ ਵਿਚਾਰਾ। ਤੇ ਫਿਰ ਵਿਚਾਰ ਕੀਤੀ, ਹੁਣ ਕਰੀਏ ਸਰੋਵਰ ਦਾ, ਉਹ ਤੀਰਥ ਦਾ ਟੱਕ ਲਾਉਣ ਦਾ ਕਾਰਜ ਸ਼ੁਰੂ ਕੀਤਾ ਜਾਵੇ। ਬਹੁ ਮਿਸ਼ਟਾਨ ਅਨਾਵਨ ਕੀਨਾ। ਤੇ ਬਹੁਤ ਭਾਰੀ ਮਾਤਰਾ ਵਿੱਚ ਮਿੱਠਾ ਫਿਰ ਤੀਰਥ ਵਾਸਤੇ, ਪਟਾਈ ਵਾਸਤੇ। ਇਹ ਤੀਰਥ ਸੰਤੋਖਸਰ ਸਾਹਿਬ ਸਾਧ ਸੰਗਤ ਜੀ ਦਾ ਨਾਮ ਹੈ। ਹੁਣ ਸਰੋਵਰ ਦਾ ਸੰਤੋਖਸਰ ਸਾਹਿਬ ਦਾ ਨਾਮ ਕਿਵੇਂ ਪਿਆ, ਉਹ ਅੱਗੇ ਆਈ ਜਾਣਾ ਪ੍ਰਸੰਗ। ਤੋ ਇਹ ਸੰਤੋਖਸਰ ਸਾਹਿਬ ਸਰੋਵਰ ਦੀ ਪਟਾਈ ਆਰੰਭ ਕਰਨ ਵਾਸਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਬਹੁਤ ਭਾਰੀ ਮਾਤਰਾ ਵਿੱਚ ਗੁੜ ਆਦਿਕ ਬੜਾ ਮਿੱਠਾ ਮੰਗਵਾਇਆ ਹੈ। ਸਿੱਖਿਆਨ ਤੇ ਉਚਵਾਏ ਸੁਲੀਨਾ। ਭਾਰੀ ਮਾਤਰਾ ਵਿੱਚ ਭਰ ਭਰ ਕੇ ਟੋਕਰੇ ਸਿੱਖਾਂ ਤੋਂ ਚੁਕਾ ਕੇ ਤੇ ਉੱਥੇ ਬਾਹਰ ਲੈ ਗਏ ਟਾਹਲੀ ਦੇ ਪਾਸ। ਉਹ ਟਾਹਲੀ ਹੁਣ ਵੀ ਖਾਲਸਾ ਜੀ ਕਹਿੰਦੇ, ਹੁਣ ਮੈਂ ਦਰਸ਼ਨ ਤਾਂ ਨਹੀਂ ਕੀਤੇ ਤੇ ਪਰ ਕਹਿੰਦੇ ਆ ਵੀ ਉਹ ਟਾਹਲੀ ਅਜੇ ਵੀ ਉਹ ਸੁਭਾਏਮਾਨ ਹੈ, ਜਿਹੜੀ ਸਾਰ ਤੋਂ ਪਹਿਲਾਂ ਜਿਹਦੀ ਨਿਸ਼ਾਨਦੇਹੀ ਤੋਂ ਇਹ ਸਾਰਾ ਪਾਵਨ ਸਥਾਨ ਬਣਿਆ। ਤੋ ਇਸ ਤਰ੍ਹਾਂ ਉਹ ਸਾਰਾ ਜਿਹੜਾ ਮਿੱਠਾ ਆਦਿਕ ਹੈ ਚੁੱਕ ਕਰਕੇ ਉੱਥੇ ਲੈ ਕਰਕੇ ਗਏ ਹਨ। ਬ੍ਰਿੰਦ ਮਜੂਰ ਜੋ ਹੋਤੇ ਅਗਾਰੇ। ਜਿਹੜੇ ਪਹਿਲਾਂ ਮਜ਼ਦੂਰ ਸੀਗੇ ਜਿਨ੍ਹਾਂ ਨੇ ਬੌਲੀ ਸਾਹਿਬ ਦੀ ਪਟਾਈ ਕੀਤੀ ਸੀ, ਉਹ ਲਾਹੌਰ ਦੇ ਰਹਿਣ ਵਾਲੇ ਕੁਝ ਗੋਇੰਦਵਾਲੀਏ, ਉਹ ਸਾਰੇ ਜਿੰਨੇ ਮਜ਼ਦੂਰ ਸਨ। ਤਿੰਨ ਜੁਤ ਅਪਰ ਸਮੂਹ ਹਕਾਰੇ। ਤੇ ਹੁਣ ਵੱਡੀ ਉਹ ਬੌਲੀ ਨਾਲੋਂ ਇਹ ਕਾਰਜ ਹੋਰ ਵੀ ਵੱਡਾ, ਕਿਉਂਕਿ ਕਈ ਕਨਾਲਾਂ ਵਿੱਚ ਸਰੋਵਰ ਪੱਟਿਆ ਜਾਣਾ। ਤੋ ਉਸ ਤੋਂ ਇਲਾਵਾ ਹੋਰ ਵੀ ਬੜੇ ਜਿਹੜੇ ਹੈ ਉਹ ਮਜ਼ਦੂਰ ਵੀ ਮੰਗਾਏ ਗਏ ਹਨ। ਮਹਾ ਟੋਲ ਕਰ ਸੰਗ ਸਿਧਾਰੇ। ਤੇ ਬੜੇ ਟੋਲੇ ਬਣਾ ਕੇ ਆ ਰਹੇ ਆ ਮਹਾਰਾਜ ਦੇ ਨਾਲ। ਕੁਝ ਆਏ ਆ, ਕੁਝ ਪਿੱਛੇ ਹੋਰ ਮਜ਼ਦੂਰ ਆ ਰਹੇ ਹਨ। ਮੰਗਲ ਕੀਨਸ ਅਨੇਕ ਪ੍ਰਕਾਰੇ। ਬੜੀ ਖੁਸ਼ੀਆਂ ਹੋ ਰਹੀਆਂ ਵੀ ਸੁੰਦਰ ਤੀਰਥ ਬਣ ਰਿਹਾ ਸੰਤੋਖਸਰ ਸਾਹਿਬ ਨਾਮ ਦਾ। ਦੂਜੀ ਗੱਲ ਵੀ ਅੰਮ੍ਰਿਤਸਰ ਸਾਹਿਬ ਗੁਰੂ ਕਾ ਚੱਕ ਕੇ ਨਗਰ ਵਸ ਰਿਹਾ, ਤੋ ਬੜੀਆਂ ਖੁਸ਼ੀਆਂ ਹੋ ਰਹੀਆਂ ਹਨ, ਮੰਗਲ ਹੋ ਰਹੇ ਆ। ਗਏ ਸਿੰਸ ਪਾ ਤਰ ਕੇ ਤਰੇ। ਸਾਰੇ ਸੰਗਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਿੱਛੇ ਪਿੱਛੇ ਉਹ ਪਹੁੰਚੀਆਂ ਹਨ ਜਿੱਥੇ ਟਾਹਲੀ ਦਾ ਬ੍ਰਿਛ ਖੜਾ ਹੋਇਆ ਹੈ। ਤਹਾਂ ਜਾਏ ਸਗਰੀ ਬਿਧ ਕਰੇ। ਉਥੇ ਜਾ ਕਰ ਫਿਰ ਸਾਰੀ ਵਿਧੀ ਕੀਤੀ ਜੋ ਵੀ ਮਰਿਆਦਾ ਹੈ ਆਰੰਭਤਾ ਦੀ। ਨਾਮ ਲੀਨ ਤੀਨਹ ਗੁਰ ਕੇਰਾ। ਤਿੰਨ ਪਾਤਸ਼ਾਹੀਆਂ ਦਾ, ਗੁਰੂ ਨਾਨਕ ਪਾਤਸ਼ਾਹ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਜੀ ਔਰ ਗੁਰੂ ਅਮਰਦਾਸ ਪਾਤਸ਼ਾਹ ਜੀ, ਸਤਿਗੁਰਾਂ ਦਾ ਪਾਵਨ ਪਵਿੱਤਰ ਨਾਮ ਲੈ ਕਰਕੇ ਅਰਦਾਸਾ ਸੋਧਿਆ ਗਿਆ ਹੈ। ਕਰ ਅਰਦਾਸ ਖਰੇ ਤਿਸ ਬੇਰਾ। ਤੇ ਅਰਦਾਸ ਬੇਨਤੀ ਕਰਕੇ ਫਿਰ ਸਾਰੇ ਖੜੇ ਹੋ ਗਏ ਹਨ ਇਸ ਵਕਤ। ਟੱਕ ਲਾਇਆ ਸਿਰਜਨ ਕਹ ਕਤਾਲ। ਤੇ ਇਹ ਤਾਲ ਸਰੋਵਰ ਬਣਾਉਣ ਵਾਸਤੇ ਫਿਰ ਸਤਿਗੁਰਾਂ ਪਾਸੋਂ ਇਹ ਟੱਕ ਲਾਇਆ ਗਿਆ ਹੈ। ਚਿਤਵਿਓ ਔਰ ਉਪਕਾਰ ਵਿਸਾਲ। ਤੇ ਮਨ ਵਿੱਚ ਬੜਾ ਪਰਉਪਕਾਰ ਇਹ ਵਿਚਾਰਿਆ ਵੀ ਸੰਸਾਰ ਤੇ ਬੜਾ ਭਾਰੀ ਪਰਉਪਕਾਰ ਹੋ ਰਿਹਾ, ਜਿਹੜਾ ਸਤਿਯੁਗ ਦਾ ਛੁਪਿਆ ਹੋਇਆ ਤੀਰਥ ਪ੍ਰਗਟ ਹੋ ਰਿਹਾ। ਇਉਂ ਵਿਚਾਰ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀਆਂ ਨੇ ਟੱਕ ਲਾਉਣਾ ਕੀਤਾ ਹੈ। ਲੱਗੇ ਮਜੂਰ ਖਨਨ ਸਮੁਦਾਏ। ਤੇ ਉਸ ਤੋਂ ਬਾਅਦ ਬੜੇ ਜਿਹੜੇ ਮਜ਼ਦੂਰ ਆਏ ਹੈ, ਕੁਝ ਸਿੱਖ ਸੰਗਤਾਂ ਨਾਲ ਹੈ, ਉਹ ਸਾਰੇ ਹੀ ਉਹਨੂੰ ਪਟਾਈ ਕਰਨ ਵਾਸਤੇ ਇਸ ਸਰੋਵਰ ਸੰਤੋਖਸਰ ਸਾਹਿਬ ਦੀ ਪਟਾਈ ਵਾਸਤੇ ਲੱਗ ਗਏ ਹਨ। ਬਾਬਾ ਬੁੱਢਾ ਸਾਹਿਬ ਦੀਆਂ ਸਾਰੀਆਂ ਲਕੀਰਾਂ ਕੱਢ ਦਿੱਤੀਆਂ, ਨਕਸ਼ਾ ਦੇ ਦਿੱਤਾ ਵੀ ਇਸ ਤਰ੍ਹਾਂ ਬਣਾਉਣਾ। ਤੇ ਉਹ ਪਟਾਈ ਗੁਰੂ ਰਾਮਦਾਸ ਮਹਾਰਾਜ ਜੀਆਂ ਟੱਕ ਲਾਇਆ ਆਪਣੇ ਪਾਵਨ ਹਸਤ ਕਮਲਾਂ ਨਾਲ। ਤੇ ਸੰਗਤਾਂ ਤੇ ਮਜ਼ਦੂਰ ਜਿਹੜੇ ਆ ਉਹ ਪਟਾਈ ਕਰਨ ਵਿੱਚ ਲੱਗ ਗਏ ਹਨ। ਸਿਰ ਧਰ ਮ੍ਰਿਤਕਾ ਬਹਿਰ ਗਿਰਾਏ। ਤੇ ਮਿੱਟੀ ਪਟ ਪਟ ਕੇ ਜਿਹੜੀ ਬਾਹਰ ਕੱਢੀ ਜਾ ਰਹੀ ਟੋਕਰੇ ਭਰ ਭਰ ਕੇ। ਇੱਕ ਖੋਦੈ ਇੱਕ ਮ੍ਰਿਤਕਾ ਭਰੈ। ਕੁਝ ਕੁ ਕਹੀਆਂ ਨਾਲ ਮਿੱਟੀ ਪੱਟਣ ਵਿੱਚ ਲੱਗੇ, ਟੋਕਰੀਆਂ ਭਰਦੇ ਆ, ਕੁਝ ਟੋਕਰੀਆਂ ਚੁੱਕ ਚੁੱਕ ਮਿੱਟੀ ਢੋਂਦੇ ਆ, ਬਾਹਰ ਸੁੱਟ ਰਹੇ ਹਨ ਦੂਰੀ ਤੇ। ਇੱਕ ਉਠਾਏ ਕਰ ਬਾਹਰ ਨਿਕਾਰੈ। ਤੇ ਕੁਝ ਭਰੀ ਜਾਂਦੇ ਆ ਮਿੱਟੀ ਟੋਕਰੀਆਂ ਪਟ ਪਟ ਕੇ ਮਿੱਟੀ ਦੀਆਂ, ਤੇ ਨਾਲ ਕੁਝ ਚੁੱਕਣ ਵਾਲੇ ਆ। ਇਉਂ ਵੰਡ ਕੇ ਸੇਵਾ ਹੋ ਰਹੀ ਹੈ। ਇੱਕ ਆਵਹਿ ਇੱਕ ਲੈ ਲੈ ਜਾਹੇ। ਇੱਕ ਆਈ ਜਾਂਦੇ ਆ ਖਾਲੀ ਟੋਕਰੀਆਂ ਬਠਲੀਆਂ ਲੈ ਲੈ ਕੇ,
ਇੱਕ ਭਰ ਭਰ ਕੇ ਮਿੱਟੀ ਤੁਰੇ ਜਾਂਦੇ ਹਨ। ਖਨਹਿ ਮਜੂਰ ਸਿੱਖਿਆ ਬਹ ਭਾਮਾ ਹੈ। ਹਾਂ, ਬੜੇ ਸਿੱਖ ਵੀ ਆ ਤੇ ਸਿੱਖਾਂ ਵਿੱਚ ਬੜੀ ਗਿਣਤੀ ਵਿੱਚ ਜ਼ਿਆਦਾ ਮਜ਼ਦੂਰ ਆਏ ਹੋਏ ਹਨ। ਇਸ ਬਿਦ ਕਰਿਓ ਆਰੰਭਨ ਤਾਲ। ਉਹ ਇਸ ਤਰ੍ਹਾਂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪਾਵਨ ਸੰਤੋਖਸਰ ਸਰੋਵਰ ਦੀ ਖੁਦਾਈ ਆਰੰਭ ਕਰਵਾ ਦਿੱਤੀ ਹੈ। ਬੈਠੈ ਆਪ ਖਨਹਿ ਨਰ ਜਾਲ। ਆਪ ਮਹਾਰਾਜ ਜੀ ਪਾਸ ਬੈਠੇ ਹੋਏ ਆ, ਕਦੇ ਆਪ ਵੀ ਲੱਗਦੇ ਆ, ਹੱਥੀਂ ਸੇਵਾ ਕਰਦੇ ਆ ਤੇ ਕੁਝ ਸੰਗਤਾਂ ਲੱਗਦੀਆਂ ਨੇ। ਆਪ ਮਹਾਰਾਜ ਜੀ ਸਭ ਕੋਲ ਬਹਿ ਕਰਕੇ ਤੇ ਉਹ ਦੱਸ ਰਹੇ ਆ। ਬੜੀ ਸਿੱਖ ਸੰਗਤ ਤੇ ਜਿਹੜੇ ਮਜ਼ਦੂਰ ਹੈ ਉਹ ਲੱਗੇ ਹੋਏ ਆ, ਸਰੋਵਰ ਖੋਦਿਆ ਜਾ ਰਿਹਾ ਹੈ। ਜਹਾਂ ਗ੍ਰਾਮ ਸਿਰਜਿਓ ਕਰ ਪਾਏ। ਤੇ ਜਿੱਥੇ ਪਿੰਡ ਮਹਾਰਾਜ ਨੇ ਉਹ ਵਸਾਉਣਾ ਕੀਤਾ ਹੈ, ਗੁਰੂ ਕਾ ਚੱਕ, ਜਿੱਥੇ ਆਪਣਾ ਘਰ ਮਹਾਰਾਜ ਜੀਆਂ ਗੁਰੂ ਕੇ ਮਹਿਲ ਨਾਵੇਂ ਬਣਾਇਆ ਹੋਇਆ ਹੈ, ਤਹਾਂ ਕਾਰ ਕਰਤੇ ਸਮੁਦਾਏ। ਤੇ ਉੱਥੇ ਵੀ ਬੜੀ ਕਾਰ ਹੋ ਰਹੀ ਹੈ, ਭਾਵ ਨਗਰ ਵੀ ਨਾਲ ਨਾਲ ਵਸ ਰਿਹਾ। ਇੱਕ ਪਾਸੇ ਸੰਤੋਖਸਰ ਸਾਹਿਬ ਦੀ ਪਟਾਈ ਹੋ ਰਹੀ ਹੈ, ਸਰੋਵਰ ਬਣ ਰਿਹਾ, ਤੇ ਦੂਜੇ ਪਾਸੇ ਜਿਹੜਾ ਹੈ ਉਹ ਨਾਲ ਨਾਲ ਨਗਰ ਵੀ ਹੋਰ ਵਸ ਰਹੇ ਆ, ਕੁਝ ਘਰ ਵੀ ਬਣਾਏ ਜਾ ਰਹੇ ਆ। ਨਿਤ ਪ੍ਰਤ ਸਕਲ ਲੋਕ ਤੇ ਸਥਾਨ। ਨਿਤਾ ਪ੍ਰਤੀ ਬੜੇ ਭਾਰੀ ਗਿਣਤੀ ਵਿੱਚ ਜਿਹੜੇ ਲੋਕ ਹਨ, ਕਾਰ ਸੁਧਾਰਤ ਸਫਲ ਸੁਜਾਨ। ਵੀ ਆਪਦੇ ਆਪ ਨੂੰ ਸਫਲਾ ਜਾਣਦੇ ਆ, ਵੀ ਹੱਥੀਂ ਸੇਵਾ ਕਰ ਲਈਏ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹ ਬੈਸਣ ਪਾਈਐ। ਹੱਥ ਸਫਲੇ ਕਰਨ ਵਾਸਤੇ ਸੇਵਾ ਕਰਦੇ ਆ ਤੇ ਆਪਦੇ ਆਪ ਦੇ ਵੱਡੇ ਭਾਗ ਜਾਣਦੇ ਹਨ। ਕਿਤਕ ਦਿਵਸ ਮਹਿ ਕੇ ਤਿਕ ਕਰਿਓ। ਇਸ ਤਰ੍ਹਾਂ ਕੁਝ ਕੁ ਦਿਨ ਸੇਵਾ ਚੱਲੀ ਤੇ ਕੁਝ ਕੁ ਦਿਨਾਂ ਦੇ ਵਿੱਚ ਹੀ ਉਹ ਨਗਰ ਵੀ ਥੋੜਾ ਵੱਡਾ ਹੋਣ ਲੱਗਿਆ ਤੇ ਸਰੋਵਰ ਦੀ ਖੁਦਾਈ ਵੀ ਕਾਫੀ ਜਿਹੜੀ ਹੱਦ ਤੱਕ ਹੋ ਗਈ ਹੈ। ਦਰਸ਼ਨ ਕੋ ਆਪਨ ਮਨ ਹਿਤ ਧਰਿਓ। ਫਿਰ ਗੁਰੂ ਰਾਮਦਾਸ ਮਹਾਰਾਜ ਦੇ ਮਨ ਵਿੱਚ ਪ੍ਰੇਮ ਆਇਆ ਵੀ ਹੁਣ ਬੜੇ ਦਿਨ ਹੋ ਗਏ ਐ, ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਹੀ ਕਰਾਈਏ। ਮਨ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਦਾ ਪ੍ਰੇਮ ਜਾਗਿਆ ਹੈ। ਗੋਇੰਦਵਾਲ ਕੀਨ ਪ੍ਰਸਥਾਨਾ। ਇਥੋਂ ਗੋਇੰਦਵਾਲ ਸਾਹਿਬ ਪਾਵਨ ਪਵਿੱਤਰ ਨਗਰ ਨੂੰ ਚਾਲਾ ਪਾ ਦਿੱਤਾ ਹੈ ਸਤਿਗੁਰਾਂ ਨੇ। ਜਹ ਸ਼੍ਰੀ ਅਮਰਦਾਸ ਥਿਤ ਥਾਨਾ। ਜਿੱਥੇ ਸਤਿਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਵਾਸਾ ਕੀਤਾ ਹੋਇਆ ਹੈ। ਕੇਤਕ ਲੋਕ ਬਸਾਏ ਗ੍ਰਾਮ। ਆ ਕੁਝ ਕੁ ਨਗਰ ਵਿੱਚ ਪਿੰਡ ਵਿੱਚ ਜਿਹੜੇ ਵੇ ਲੋਕ ਹੋਰ ਵਸਾ ਦਿੱਤੇ ਹਨ। ਬਸਨ ਲੱਗੇ ਰਚ ਆਪਣੇ ਧਾਮ। ਆਪੋ ਆਪਣੇ ਘਰ ਫਿਰ ਬਣਾਈ ਜਾਂਦੇ ਆ ਜਿਹੜਾ ਨਵਾਂ ਆਉਂਦਾ, ਕਿਉਂਕਿ ਪਤਾ ਲੱਗਿਆ ਵੀ ਇਹ ਤਾਂ ਨਗਰ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਕਹੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਵਸਾ ਰਹੇ ਆ, ਤੇ ਨੇੜੇ ਰਵਾਂਗੇ, ਗੁਰੂ ਘਰ ਦੀ ਸੇਵਾ ਕਰਾਂਗੇ ਤੇ ਨਾਲ ਹੀ ਮਹਾਰਾਜ ਦੇ ਦਰਸ਼ਨ ਹੁੰਦੇ ਰਿਹਾ ਕਰਨਗੇ। ਇਹ ਵਿਚਾਰ ਕੇ ਲਾਗੇ ਲਾਗੇ ਪਿੰਡਾਂ ਤੋਂ ਜਾਂ ਬੜੀ ਦੂਰੋਂ ਸਿੱਖ ਜਿਹੜੇ ਵੈ ਜਾਂ ਹੋਰ ਵੀ ਜਾਤਾਂ ਦੇ ਆ, ਕੋਈ ਹੋਰ ਧਰਮਾਂ ਦੇ ਆ, ਸਾਰੇ ਆਣ ਕੇ ਇਸ ਨਗਰ ਵਿੱਚ ਆਪਣੇ ਘਰ ਬਣਾਈ ਜਾਂਦੇ ਆ। ਸੋਹਣੇ ਘਰ ਬਣ ਰਹੇ ਆ ਤੇ ਦਿਨੋਂ ਦਿਨ ਨਗਰ ਵੱਡਾ ਹੁੰਦਾ ਜਾਂਦਾ। ਕੱਲਾ ਘਰ ਹੀ ਸੀ ਮਹਾਰਾਜ ਦੇ ਪਹਿਲੇ, ਤੇ ਉਸ ਤੋਂ ਬਾਅਦ ਬਸ ਅੱਜ ਹੋਰ ਕੱਲ ਹੋਰ, ਤੇ ਦਿਨਾਂ ਵਿੱਚ ਹੀ ਬਹੁਤ ਵੱਡਾ ਨਗਰ ਬਣ ਰਿਹਾ ਹੈ। ਤਬ ਸ਼੍ਰੀ ਰਾਮਦਾਸ ਚੱਲ ਗਏ। ਤੇ ਗੁਰੂ ਰਾਮਦਾਸ ਮਹਾਰਾਜ ਜੀ ਫਿਰ ਗੋਇੰਦਵਾਲ ਸਾਹਿਬ ਮਹਾਰਾਜ ਦੇ ਦਰਸ਼ਨਾਂ ਨੂੰ ਪਹੁੰਚ ਗਏ ਹਨ। ਚਰਨ ਕਮਲ ਗੁਰ ਬੰਦਤ ਭਏ। ਜਾ ਕਰਕੇ ਮਹਾਰਾਜ ਦੇ ਦਰਸ਼ਨ ਕੀਤੇ, ਚਰਨ ਕਮਲਾਂ ਤੇ ਬੰਦਨਾ ਕੀਤੀ ਹੈ। ਸਗਰੀ ਕਾਰ ਕਰੀ ਸੋ ਬਤਾਈ। ਤੋ ਜਿਹੜੀ ਸੇਵਾ ਦੱਸੀ ਸੀ ਨਾ, ਉਹ ਗੁਰੂ ਅਮਰਦਾਸ ਮਹਾਰਾਜ ਨੂੰ ਹੁਣ ਕਹਿਣ ਲੱਗੇ ਇਸ ਤਰ੍ਹਾਂ, ਕਹਿੰਦੇ ਹੇ ਗੁਰੂ ਅਮਰਦਾਸ ਮਹਾਰਾਜ, ਜਿਹੜੀ ਸੇਵਾ ਤੁਸਾਂ ਦੱਸੀ ਸੀ ਉਹ ਸਰੋਵਰ ਤੀਰਥ ਖਣਵਾਉਣ ਦੀ, ਨਗਰ ਵਸਾਉਣ ਦੀ, ਮਹਾਰਾਜ ਅਸੀਂ ਕੁਝ ਹੱਦ ਤੱਕ ਚੰਗੀ ਤਰ੍ਹਾਂ ਕਰਵਾ ਦਿੱਤੀ ਹੈ। ਸੰਗਤਾਂ ਤੇ ਬਾਬਾ ਜੀ ਦੇ ਸਹਿਯੋਗ ਦੇ ਨਾਲ ਜੋ ਵੀ ਸੇਵਾ ਹੋਈ ਹੈ ਉਹ ਸਾਰੀ ਗੁਰੂ ਰਾਮਦਾਸ ਜੀ ਦੱਸ ਰਹੇ ਹਨ। ਸਦਨ ਗ੍ਰਾਮ ਸਿਰਜੇ ਸਮੁਦਾਈ। ਤੇ ਸੱਚੇ ਪਾਤਸ਼ਾਹ ਜੀ ਬੜੇ ਪਿੰਡ ਜਿਹੜੇ ਆ ਉਹ ਪਿੰਡ ਦੇ ਵਿੱਚ ਬੜੇ ਘਰ ਵੀ ਬਣ ਚੁੱਕੇ ਆ, ਸੋਹਣਾ ਨਗਰ ਵਸ ਰਿਹਾ ਹੈ। ਤਾਲ ਕੁਛਕ ਖਨਵਾਵਨ ਕੀਨਾ। ਤੇ ਕੁਝ ਹੱਦ ਤੱਕ ਜਿਹੜਾ ਉਹ ਸਰੋਵਰ ਹੈ ਸੰਤੋਖਸਰ ਨਾਵੇਂ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਖਦਵਾ ਦਿੱਤਾ ਹੈ। ਜਥਾ ਹੁਕਮ ਰਾਵਰ ਨੇ ਦੀਨਾ। ਜਿਹੋ ਜਿਹਾ ਹੁਕਮ ਮਹਾਰਾਜ ਆਪ ਜੀਆਂ ਦਿੱਤਾ ਸੀਗਾ, ਜਿਵੇਂ ਆਪ ਜੀਆਂ ਨਿਸ਼ਾਨਦੇਹੀ ਕਰਵਾ ਦਿੱਤੀ ਸੀ। ਸੋਨਾ ਸ਼੍ਰੀ ਅਮਰਦਾਸ ਧਰ ਧਿਆਨਾ। ਉਹ ਇਸ ਤਰ੍ਹਾਂ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਸੁਣਿਆ ਤੇ ਸਤਿਗੁਰੂ ਨੂੰ ਧਿਆਨ ਧਾਰ ਰਹੇ ਆ ਗੁਰੂ ਅਮਰਦੇਵ ਜੀ ਮਹਾਰਾਜ। ਭੂਤ ਭਵਿੱਖਤ ਸਭ ਹੀ ਜਾਨਾ। ਤੇ ਅੱਖਾਂ ਬੰਦ ਕਰਕੇ ਸਮਾਧੀ ਲਾ ਮਹਾਰਾਜ ਜੀਆਂ ਨੇ ਭੂਤ ਭਵਿੱਖ, ਆਉਣ ਵਾਲੇ ਸਮੇਂ ਵਿੱਚ ਤੇ ਜਿਹੜਾ ਪਿੱਛੇ ਹੋ ਚੁੱਕਾ ਹੈ ਸਤਿਯੁਗ ਵਿੱਚ, ਉਹ ਮਹਾਰਾਜ ਜੀਆਂ ਸਾਰਾ ਹੀ ਆਪਣੀ ਨਿਗਾਹ ਹੇਠ ਲੈ ਆਂਦਾ ਹੈ। ਰਹੇ ਕਿਤਕ ਦਿਨ ਗੋਇੰਦਵਾਲ। ਤੇ ਕੁਝ ਕੁ ਦਿਨ ਗੁਰੂ
ਰਾਮਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਠਹਿਰੇ ਆ, ਹੋਰ ਮਹਾਰਾਜ ਦੇ ਦਰਸ਼ਨ ਕਰ ਰਹੇ ਆ। ਸਭ ਆਮਦ ਕੀ ਕਰਤ ਸੰਭਾਲ। ਤੇ ਜਿਹੜੀ ਆਮਦਨ ਆ ਰਹੀ ਆ ਨਾ, ਉਹ 84 ਪਿੰਡਾਂ ਦੀ ਜਿਹੜੀ ਉਹ ਕੋਈ ਕਾਰ ਭੇਟ ਆ ਰਹੀ ਹੈ, ਕੁਝ ਮਾਮਲਾ ਆ ਰਿਹਾ, ਸੰਗਤਾਂ ਦਾ ਦਸਵੰਧ ਆ ਰਿਹਾ, ਉਹ ਸਾਰੀ ਨੂੰ ਸੰਭਾਲ ਰਹੇ ਹਨ। ਨਿਜ ਅਨੁਸਾਰ ਕਾਜ ਕੇ ਜੇ ਔਰ। ਤੇ ਜੇ ਕੋਈ ਆਪਦੇ ਕਰਨਯੋਗ ਕੋਈ ਹੋਰ ਕੰਮ ਹੈ, ਭਾਵ ਉੱਥੇ ਕੋਈ ਨਗਰ ਵਸਾਉਣ ਵਾਸਤੇ ਕੁਝ ਚਾਹੀਦਾ, ਜਾਂ ਜਿਹੜਾ ਗੁਰੂ ਰਾਮਦਾਸ ਮਹਾਰਾਜ ਦੇ ਕਰਨਯੋਗ ਕੰਮ ਹੈ, ਜਿਹੜਾ ਗੋਇੰਦਵਾਲ ਸਾਹਿਬ ਮਹਾਰਾਜ ਪਹਿਲਾਂ ਵੀ ਸਾਂਭਦੇ ਸੀਗੇ, ਉਹ ਜਿੰਨੀ ਕੁ ਸੇਵਾ ਮਹਾਰਾਜ ਦੇ ਕਰਨਯੋਗ ਹੈ। ਕਰਤ ਭਏ ਸੋਢੀ ਸਿਰਮੌਰ। ਸੋਢੀਆਂ ਦੇ ਸਿਰਮੌਰ ਪਾਤਸ਼ਾਹ ਜੀ ਉਹ ਸਾਰੀ ਸੇਵਾ ਹੁਣ ਗੋਇੰਦਵਾਲ ਆ ਕਰਕੇ ਬੈਠੇ ਨਹੀਂ, ਜਿਹੜੀ ਰਹਿੰਦੀ ਸੇਵਾ ਕੁਝ ਕਰਨਯੋਗ ਕਾਰਜ ਆ ਉਹ ਸਾਰੇ ਹੀ ਕਰ ਰਹੇ ਹਨ। ਜਥਾ ਹੁਕਮ ਸਤਿਗੁਰ ਜਬ ਕਰੈ। ਤੇ ਜਿਹੋ ਜਿਹਾ ਹੁਕਮ ਫਿਰ ਕਿਤੇ ਗੁਰੂ ਅਮਰਦਾਸ ਮਹਾਰਾਜ ਜੀ ਜੇ ਕਰ ਦਿੰਦੇ ਹਨ, ਤਬ ਸ਼ੀਘਰ ਹੀ ਬਚ ਅਨਸਰੈ। ਤੇ ਉਹ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਹੀ ਹੈ ਗੁਰੂ ਰਾਮਦਾਸ ਜੀ। ਜੇ ਕੋਈ ਹੁਕਮ ਹੋਰ ਵੀ ਕਰ ਦਿੰਦੇ ਆ ਨਾ ਮਹਾਰਾਜ ਗੁਰੂ ਅਮਰਦਾਸ, ਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਉਹ ਵੀ ਸੇਵਾ ਝਾਟੀ ਸਾਂਭ ਲੈਂਦੇ ਆ, ਸਤਿਗੁਰਾਂ ਦੇ ਬਚਨਾਂ ਦੇ ਅਧੀਨ ਹਨ। ਨਿਸ ਦਿਨ ਇੱਕ ਸੇਵਾ ਕੇ ਤਤਪਰ। ਬਸ ਕੇਵਲ ਤੇ ਕੇਵਲ ਇੱਕ ਸੇਵਾ ਵਿੱਚ ਤਿਆਰ ਬਰ ਤਿਆਰ ਹਨ ਗੁਰੂ ਰਾਮਦਾਸ ਮਹਾਰਾਜ। ਅਪਰ ਨਹੀਂ ਕਿਮ ਬਾਂਛਾ ਔਰ ਧਰ। ਤੇ ਹੋਰ ਮਨ ਵਿੱਚ ਕੋਈ ਇੱਛਾ ਨਹੀਂ, ਬਸ ਕੱਲੀ ਸੇਵਾ ਹੀ ਮਿਲਦੀ ਰਹੇ, ਹੋਰ ਕੋਈ ਮਨ ਵਿੱਚ ਇੱਛਾ ਨਹੀਂ ਕਰਦੇ ਹਨ। ਲੋਕ ਕਾਨ ਕੋ ਮਨ ਹੈ ਨਾਹੀ। ਤੇ ਲੋਕਾਂ ਦੀ ਕਨੌੜ ਵੀ ਨਹੀਂ ਮੰਨਦੇ ਵੀ ਸੋਢੀਆਂ ਦੇ ਐਡੇ ਜਿਹੜੇ ਵਾ ਉਹ ਘਰਾਣੇ ਚੋਂ ਹੋ ਕਰਕੇ ਤੇ ਇੱਥੇ ਮਹਾਰਾਜ ਦੇ ਦਰ ਭਾਂਡੇ ਮਾਂਜ ਰਹੇ ਆ। ਇਹੋ ਜੀ ਸੇਵਾ ਭਾਵ ਕਿ ਉਹ ਕਰਕੇ ਤੇ ਕਨੌੜ ਨਹੀਂ ਮੰਨਦੇ। ਆਪਣੇ ਤੇ ਇੱਥੇ ਵੇਖੀਦਾ ਨਾ ਸਾਰਿਆਂ 'ਚ ਇਹ ਹਾਲ ਹੈ, ਅਸੀਂ ਸਾਰੇ ਹੱਥੀਂ ਸੇਵਾ ਕਰਨ ਨੂੰ, ਭਾਂਡਿਆਂ ਦੀ ਸੇਵਾ, ਜੋੜਿਆਂ ਦੀ ਸੇਵਾ, ਉਹ ਜਿਹੜੇ ਖਾਲਸਾ ਜੀ ਉਹ ਮਾਇਆ ਕਰਕੇ ਕੋਈ ਸਮੱਧਰੇ ਹੈ ਨਾ ਆਪਣੇ ਪਰਿਵਾਰ, ਉਹ ਸੇਵਾ ਕਰਕੇ ਜ਼ਿਆਦਾ ਖੁਸ਼ ਹੈ। ਜਿਹਨੂੰ ਕੋਈ ਚਾਰ ਟੱਪੇ ਆਉਂਦੀ ਆ ਉਹ ਭਾਂਡਿਆਂ ਦੀ ਸੇਵਾ ਕਰਨ ਵਿੱਚ ਬੜੀ ਨਫ਼ਰਤ ਮਨਾਉਂਦਾ ਵੀ ਹੁਣ ਮੈਂ ਇੱਥੇ ਭਾਂਡੇ ਮਾਂਜਾਂ ਝੂਠੇ, ਮੈਂ ਜੋੜੇ ਝਾੜਾਂ। ਤੋ ਹੱਥੀ ਸੇਵਾ ਜਿਹੜੇ ਸਮੱਧਰ ਨੇ ਨਾ ਮਾਇਆ ਕਰਕੇ, ਜਿਨ੍ਹਾਂ ਦੀ ਆਮਦਨ ਥੋੜ੍ਹੀ ਹੈ, ਉਹ ਵੇਖੀਦਾ ਇੱਥੇ ਫਿਰ ਵੀ 1.5 ਸਾਲ ਹੋ ਗਿਆ ਰਹਿੰਦਿਆਂ ਨੂੰ, ਉਹ ਸੇਵਾ ਵਿੱਚ ਜ਼ਿਆਦਾ ਆਨੰਦ ਮਾਣਦੇ ਆ, ਸੇਵਾ ਵਿੱਚ ਆਪਦੀ ਖੁਸ਼ੀ ਸਮਝਦੇ ਆ। ਤੇ ਅਨਿਥਾ ਸੇਵਾ ਕਰਨ ਵਿੱਚ ਅਸੀਂ ਉਪਾਧੀ ਧਾਰੀ ਹੋਈ ਆ ਵੀ ਮੈਂ ਫਲਾਣਾ ਆ, ਮੇਰੇ ਕੋਲ ਅਹੁਦਾ, ਤੇ ਮੈਂ ਜੇ ਸੇਵਾ ਕਰਾਂਗਾ ਤੇ ਕਿਤੇ ਮੇਰੀ ਹੇਠੀ ਹੋਵੇਗੀ ਵੀ ਆਖਣਗੇ ਵੀ ਲੈ ਇਹ ਇੱਥੇ ਭਾਂਡੇ ਮਾਂਜਦਾ ਪਿਆ। ਤੋ ਇਸ ਤਰ੍ਹਾਂ ਉਹ ਭਾਵ ਗੁਰੂ ਕੇ ਦਰ ਆ ਕੇ ਵੀ ਅਸੀਂ ਜਿਹੜਾ ਆਪਦਾ ਵੱਡੱਪਣ ਹੈ ਉਹ ਛੱਡਦੇ ਨਹੀਂ, ਹੱਥੀਂ ਸੇਵਾ ਕਰਨ ਵਿੱਚ ਅਸੀਂ ਜਿਹੜੀ ਵੀ ਉਹ ਸ਼ੂਕ ਮਨਾਉਣੇ ਆ। ਪਰ ਧੰਨ ਹਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਤਾਂ ਇੱਥੇ ਵਿਆਹੇ ਹੋਏ ਆ ਬੀਬੀ ਭਾਨੀ ਜੀ ਦੇ ਨਾਲ, ਸਹੁਰਾ ਪਰਿਵਾਰ ਹੈ ਗੁਰੂ ਰਾਮਦਾਸ ਮਹਾਰਾਜ ਦਾ ਗੋਇੰਦਵਾਲ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਪੁੱਤਰੀ ਦੇ ਨਾਲ ਵਿਵਾਹ ਹੋਣ ਤੋਂ ਬਾਅਦ ਵੀ ਵੇਖੋ ਵੀ ਆਪਣੇ ਸਹੁਰੇ ਘਰ ਮਿੱਟੀ ਬੌਲੀ ਬਣੀ ਤੇ ਮਹਾਰਾਜ ਨੇ ਸਾਰੀ ਟੋਕਰੀ ਸਿਰ ਤੇ ਢੋਈ ਹੈ। 6 ਵਰੇ ਖਾਲਸਾ ਜੀ ਮੜਾਸਾ ਨਹੀਂ ਸੀ ਖੋਲਿਆ, 7 ਸਾਲ ਬੌਲੀ ਬਣੀ ਹੈ। 7 ਸਾਲ ਇਹ ਗਿਆਨੀ ਗਿਆਨ ਸਿੰਘ ਜੀ ਦੀ ਲਿਖਤਾ ਤਵਾਰੀਖ ਗੁਰੂ ਖਾਲਸਾ ਅੰਦਰ। 7 ਵਰੇ ਗੁਰੂ ਰਾਮਦਾਸ ਮਹਾਰਾਜ ਨੇ ਸਿਰ ਤੋਂ ਮੜਾਸਾ ਨਹੀਂ ਖੋਲਿਆ, ਜਿੰਨਾ ਸਮਾਂ ਬੌਲੀ ਸਾਹਿਬ ਦੀ ਸੇਵਾ ਚੱਲਦੀ ਰਹੀ ਹੈ, ਦਿਨ ਰਾਤ ਟੋਕਰੀ ਢੋਈ ਹੈ। ਤੋ ਇਸ ਤਰ੍ਹਾਂ ਉਹ ਜਿਹੜੀ ਹੁੰਦੀ ਆ ਬਰਾਦਰੀ ਜਾਤ ਦੀ ਕੋਈ ਕਾਨ ਕਨੌੜ ਜੀ, ਉਹ ਨਹੀਂ ਹੈ ਮਨ ਵਿੱਚ। ਸਾਰੀ ਛੱਡ ਕਰਕੇ ਵੀ ਲੋਕ ਕੀ ਆਖਣਗੇ, ਲਈ ਸਹੁਰੇ ਘਰ ਟੋਕਰੀ ਢੋਂਦਾ, ਭਾਂਡੇ ਮਾਂਜਦਾ। ਤੋ ਇਸ ਤਰ੍ਹਾਂ ਇਹੋ ਜਿਹੀ ਕਾਨ ਕਨੌੜ ਜਿਹੜੀ ਉਹ ਸਾਰੀ ਛੱਡ ਕਰਕੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ ਸੇਵਾ ਕਰ ਰਹੇ ਹਨ। ਮਾਨ ਵਡਾਈ ਨਹਿ ਚਿਤ ਚਾਹੀ। ਤੇ ਮਨ ਵਿੱਚ ਕੋਈ ਵਡਿਆਈ ਦੀ ਇੱਛਾ ਨਹੀਂ ਹੈ, ਉਹ ਮਨ ਵਿੱਚ ਇਹ ਨਹੀਂ ਇੱਛਾ ਵੀ ਸਾਡੀ ਵਡਿਆਈ ਹੋਵੇ, ਵੀ ਕੋਈ ਆਖੇ ਹਾਂ ਜੀ ਇਹ ਬਹੁਤ ਸੇਵਾ ਕਰਦੇ ਆ, ਅਸੀਂ ਸੇਵਾ ਐਂ ਕਰਦੇ ਆ ਵੀ ਜਿੱਥੇ ਸਾਡੀ ਵਡਿਆਈ ਹੋਵੇ। ਕੋਈ ਆ ਇਕੱਲੇ ਇੱਥੇ ਅੰਮ੍ਰਿਤ ਵੇਲੇ ਮੇਰਾ ਖਿਆਲ 2-3 ਮਾਈਆਂ ਆਈਆਂ ਜਿਹੜੀਆਂ ਇੱਥੇ ਬੌਕਰ ਮਾਰਨ ਆਉਂਦੀਆਂ, ਮੈਂ 1.5 ਸਾਲ ਹੋ ਗਿਆ ਵੇਖਦੇ ਨੂੰ। ਹੋਰ ਨਹੀਂ ਮੈਂ ਕੋਈ ਨਵਾਂ ਵੇਖਿਆ ਵੀ ਜਿਹੜਾ ਬੌਕਰ ਚੁੱਕੇ ਸਵੇਰੇ ਕੋਈ ਆਖੇ ਭਾਈ ਇਹ ਮਹਾਰਾਜ ਦਾ ਦਰ ਹੈ, ਇੱਥੇ ਝਾੜੂ ਵੱਜਿਆ ਤੇ ਜੀਵਨ ਦੇ ਵਿੱਚ ਕੋਈ ਦੁੱਖ ਰਹਿੰਦਾ ਹੀ ਨਹੀਂ, ਉਸੇ ਝਾੜੂ ਨਾਲ ਹੀ ਸਾਰੇ ਧੂਏ ਜਾਂਦੇ ਆ। ਪਰ ਉਹ 2-3 ਪਰਿਵਾਰ ਹੀ ਹੈ ਮੇਰਾ ਖਿਆਲ ਜਿਹੜੇ ਮਹਾਰਾਜ ਦੇ ਦਰ ਤੇ ਝਾੜੂ ਦੀ ਸੇਵਾ ਕਰਕੇ ਬੜਾ ਖੁਸ਼ ਮਹਿਸੂਸ ਕਰਦੇ ਆ। ਤੋ ਇਹੋ ਜਿਹੀ ਸੇਵਾ ਜਿਹੜੀ ਹੈ ਕਾਨ ਕਨੌੜ ਤੋਂ ਰਹਿ ਤੇ ਗੁਰੂ ਰਾਮਦਾਸ ਮਹਾਰਾਜ ਤੋਂ ਸਿੱਖੀ ਜਾਵੇ, ਮਹਾਰਾਜ ਨੇ ਪੂਰਨੇ ਪਾਏ ਹੈ। ਤੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਫਿਰ ਵਡਿਆਈ ਦੀ ਇੱਛਾ ਨਹੀਂ ਰੱਖਦੇ ਵੀ ਜਦੋਂ 4 ਬੰਦੇ ਇਕੱਠੇ ਹੋਣਗੇ ਉਦੋਂ ਹੀ ਭਾਂਡੇ ਮਾਂਜਣੇ ਆ, ਅੱਗੇ ਪਿੱਛੇ ਸੇਵਾ ਨਹੀਂ ਕਰਨੀ। ਮਨ ਵਿੱਚ ਕੋਈ ਵਡਿਆਈ ਦੀ ਲਾਲਸਾ ਨਹੀਂ ਹੈ ਗੁਰੂ ਰਾਮਦਾਸ ਮਹਾਰਾਜ ਦੀ।
ਵਡਿਆਈ ਤੋਂ ਰਹਿਤ ਹੋ ਕਰਕੇ ਮਹਾਰਾਜ ਜੀ ਨਿਮਰ ਭਾਵ ਹੋ ਕੇ ਸੇਵਾ ਕਰਦੇ ਹਨ। ਰਹਿ ਨਿਰਾਲਸ ਧੀਰ ਧੀਰਜ ਧਾਰੀ। ਬੜੇ ਧੀਰਜ ਧਾਰੀ ਹੈ, ਫਿਰ ਸਹਿਣਾ ਵੀ ਆਉਂਦਾ ਹੈ, ਫਿਰ ਨਿਰਾਲਸ ਹੈ, ਆਲਸ ਨਹੀਂ ਕਰਦੇ ਕਦੇ ਵੀ, ਆਲਸ ਤੋਂ ਰਹਿਤ ਹੈ, ਸੇਵਾ ਵਿੱਚ ਬੜਾ ਤਿਆਰ ਰਹਿੰਦੇ ਐ। ਦੇਗ ਆਦ ਕੀ ਕਰਤ ਸੰਭਾਰੀ। ਤੇ ਲੰਗਰ ਦੀ ਸੇਵਾ ਸੰਭਾਲ ਵੀ ਬੜੀ ਕਰਦੇ, ਕੋਈ ਰਸਤਾਂ ਸਾਂਭਣ ਵਾਲੀਆਂ ਜੋ ਵੀ ਰਸਤਾਂ ਆਉਂਦੀਆਂ ਨੇ ਉਹ ਸਾਰੀਆਂ ਸਾਂਭ ਸੰਭਾਈ ਧੰਨ ਗੁਰੂ ਰਾਮਦਾਸ ਜੀ ਆਪ ਹੱਥੀਂ ਕਰਦੇ ਹਨ। ਸਭ ਗੁਰ ਘਰ ਕੋ ਖਰਚ ਚਲਾਵੈ। ਤੇ ਗੁਰੂ ਘਰ ਦਾ ਖਰਚ ਵੀ ਸਾਰਾ ਚਲਵਾਉਂਦੇ, ਨਾਲ ਭਾਵ ਜਿਹੜੀ ਕਾਰ ਭੇਟ ਆਉਂਦੀ ਉਹਨੂੰ ਸਾਂਭਦੇ ਆ। ਤਰੀਕੇ ਨਾਲ ਬੜਾ ਸੋਹਣਾ ਖਰਚਾ ਗੁਰੂ ਘਰ ਦਾ ਚੱਲ ਰਿਹਾ ਹੈ। ਜੋ ਚਾਹੀਅਤ ਸੋ ਸਕਲ ਪੁਚਾਵੈ। ਤੇ ਜੇ ਕਿਸੇ ਸਿੱਖ ਨੂੰ ਜਾਂ ਲੰਗਰ ਚ ਕੁਝ ਚਾਹੀਦਾ ਲਾਂਗਰੂ ਨੂੰ ਉਹ ਪਹੁੰਚਾਉਂਦੇ ਆ। ਕੋਈ ਭੰਡਾਰ ਬਸਤਰ ਵਿੱਚ ਚਾਹੀਦਾ, ਕੋਈ ਜਿੱਥੇ ਖਜ਼ਾਨੇ ਵਿੱਚ ਕੁਝ ਚਾਹੀਦਾ, ਜਿੱਥੇ ਵੀ ਕਿਸੇ ਨੂੰ ਕੋਈ ਵਸਤੂ ਦੀ ਲੋੜ ਪੈਂਦੀ ਹੈ ਗੁਰੂ ਘਰ ਦੇ ਅੰਦਰ, ਉੱਥੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਉਹ ਵਸਤੂ ਪਹੁੰਚਦੀ ਕਰਦੇ ਹਨ। ਸਰਬ ਪ੍ਰਕਾਰ ਕਾਰ ਵਧ ਗਈ। ਉਹ ਇਸ ਤਰ੍ਹਾਂ ਫਿਰ ਜਦੋਂ ਹੁਣ ਤੀਰਥਿਕ ਬਣ ਰਿਹਾ, ਨਾਲ ਹੋਰ ਅੰਮ੍ਰਿਤਸਰ ਸਾਹਿਬ ਦਾ ਜਾਂ ਗੁਰੂ ਕਾ ਚੱਕ ਨਗਰ ਵਸ ਰਿਹਾ, ਤੇ ਨਾਲ ਹੀ ਫਿਰ ਇੱਥੇ ਹੁਣ 84 ਪਿੰਡ ਵੀ ਹੋਰ ਪਰਗਣਾ ਮਿਲ ਗਿਆ ਹੈ ਗੁਰੂ ਘਰ ਨੂੰ, ਤੇ ਸੇਵਾ ਬੜੀ ਵੱਧ ਗਈ ਹੈ। ਸੇਵਾ ਜਿਹੜੀ ਵਾ ਹੁਣ ਦੋ ਪਾਸੇ ਸੇਵਾ ਚੱਲ ਰਹੀ ਹੈ ਤੇ ਬੜੀ ਭਾਰੀ ਸੇਵਾ ਵੱਧ ਚੁੱਕੀ ਹੈ। ਨਿਤ ਸਵਧਾਨ ਸੰਭਾਰ ਸੁਲਈ। ਤੇ ਪਰ ਬੜੇ ਸਾਵਧਾਨ ਹੋ ਕਰਕੇ ਗੁਰੂ ਰਾਮਦਾਸ ਮਹਾਰਾਜ ਦੋਵੇਂ ਸੇਵਾ ਸਾਂਭ ਲਈਆਂ। ਗੋਇੰਦਵਾਲ ਸਾਹਿਬ ਵੀ ਸੇਵਾ ਕਰਦੇ ਆ, ਤੇ ਜਿਹੜੀ ਉੱਥੇ ਗੁਰੂ ਕਾ ਚੱਕ ਬਣਦਾ ਪਿਆ ਨਗਰ, ਉਥੋਂ ਦੀ ਸੇਵਾ ਵੀ ਗੁਰੂ ਰਾਮਦਾਸ ਜੀ ਬੜੀ ਭਲੀ ਤਰ੍ਹਾਂ ਕਰ ਰਹੇ ਹਨ। ਸਤਿਗੁਰ ਮਨ ਅਨੁਸਾਰੀ ਹੋਏ। ਤੇ ਮਨ ਕਰਕੇ ਗੁਰੂ ਰਾਮਦਾਸ ਜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਅਨੁਸਾਰੀ ਰਹਿੰਦੇ ਆ, ਕਹਿਣੇ ਵਿੱਚ ਰਹਿੰਦੇ ਹਨ। ਨਿਰਹੰਕਾਰ ਕਾਰ ਕਰ ਸੋਏ। ਤੇ ਜਿਹੜੀ ਸੇਵਾ ਕਰਦੇ ਹੋ ਹੰਕਾਰ ਤੋਂ ਰਹਿਤ ਹੋ ਕਰਕੇ, ਨਿਰਹੰਕਾਰ ਹੋ ਕਰਕੇ, ਜਿਹੜੀ ਮੈਂ ਕੀਤਾ ਮੈਂ ਕਰਾਂਗਾ, ਮੈਂ ਮੇਰੀ ਛੱਡ ਕੇ ਉਹ ਸਾਰੀ ਸੇਵਾ ਕਰਦੇ ਹਨ। ਤਿਮ ਸੇਵਾ ਬਹ ਪਿਤ ਕੀ ਠਾਨੀ। ਤੇ ਇਧਰ ਫਿਰ ਬੀਬੀ ਭਾਨੀ ਜੀ ਵੀ ਨਾਲ ਤਤਪਰ ਹੈ, ਕਿਉਂਕਿ ਪਿਤਾ ਜੀ ਦੀ ਸੇਵਾ ਬੀਬੀ ਭਾਨੀ ਜੀ ਵੀ ਬੜੇ ਤਰੀਕੇ ਨਾਲ, ਬੜੇ ਮਨ ਵਿੱਚ ਪ੍ਰੇਮ ਭਾਵ ਰੱਖ ਕੇ ਕਰ ਰਹੇ ਹਨ। ਮਨ ਬਚ ਕ੍ਰਮ ਤੇ ਨਿਸ ਦਿਨ ਭਾਨੀ। ਮਨ ਬਾਣੀ ਸਰੀਰ ਕਰਕੇ ਸੇਵਾ ਬੀਬੀ ਭਾਨੀ ਜੀ ਕਰਦੇ ਹੈ। ਤੋ ਗੁਰੂ ਰਾਮਦਾਸ ਮਹਾਰਾਜ ਜੀ ਵੀ ਇਸ ਤਰ੍ਹਾਂ ਭਾਵ ਦੋਵੇਂ ਪਤੀ ਸਤੀ ਮਹਾਰਾਜ ਦੀ ਸੇਵਾ ਵਿੱਚ ਤਤਪਰ ਹੈ, ਕਿਉਂਕਿ ਜਿੱਥੇ ਮਾਈ ਦਾ ਸੁਭਾਅ ਸੇਵਾ ਭਾਵ ਵਾਲਾ ਹੈ, ਉੱਥੇ ਪੁਰਖ ਜਿਹੜਾ ਵਾ ਉਹਦਾ ਵੀ ਮਨ ਕਰੂ ਸੇਵਾ ਕਰਨ ਨੂੰ, ਕਿਉਂਕਿ ਸੇਵਾ ਵਾਲੀ ਬਿਰਤੀ ਦੀ ਮਾਈ ਜਿਹੜੀ ਆ ਉਹਦੇ ਹੱਥ ਦਾ ਪੱਕਾ ਪ੍ਰਸ਼ਾਦਾ ਜਿਹੜਾ ਛਕੇਗਾ ਉਹਦੀ ਬਿਰਤੀ ਵੀ ਬਦਲੇਗੀ, ਉਹ ਵੀ ਸਤੋਗੁਣੀ ਬਿਰਤੀ ਸੇਵਾ ਭਾਵਨਾ ਰੱਖੇਗਾ। ਭਗਤ ਕਬੀਰ ਸਾਹਿਬ ਜੀਆਂ ਦੀ ਬੜੀ ਜੈ ਜੈਕਾਰ ਹੋਈ ਜਦੋਂ ਇੱਕ ਪ੍ਰੇਮੀ ਭਗਤ ਜੀ ਨੂੰ ਆ ਕੇ ਕਹਿੰਦਾ ਵੀ ਕਬੀਰ ਜੀ ਤੁਹਾਡੀ ਬੜੀ ਜੈ ਜੈਕਾਰ ਹੈ, ਤੇ ਮੈਨੂੰ ਵੀ ਕੋਈ ਦੱਸੋ ਵੀ ਮੇਰੀ ਵੀ ਇਸ ਤਰ੍ਹਾਂ ਪ੍ਰਸਿੱਧੀ ਹੋਵੇ। ਕਬੀਰ ਜੀ ਕਹਿੰਦੇ ਇਹਦੇ ਵਿੱਚ ਵੀ ਇੱਕ ਰਾਜ ਹੈ। ਕਹਿੰਦੇ ਜੀ ਮਹਾਰਾਜ ਦੱਸ ਦਿਓ ਮੇਰਾ ਵੀ ਕੋਈ ਮਾੜੀ ਮੋਟੀ ਪ੍ਰਸਿੱਧੀ ਹੋ ਜੇ। ਕਹਿੰਦੇ ਲੈ ਸੁਣ, ਕਬੀਰ ਸਾਹਿਬ ਜੀ ਦੀ ਜਿਹੜੀ ਪਤਨੀ ਉਹ ਲੋਈ ਨਾਮ ਉਹਦਾ। ਕਬੀਰ ਜੀ ਕਹਿੰਦੇ ਲੋਈ ਉਰਾ। ਉਹ ਲੋਈ ਜਦੋਂ ਆਈ ਮਾਤਾ ਕਹਿੰਦੇ ਜਾ ਐਂ ਕਰ, ਉਹ ਫਲਾਣੇ ਬਾਹਰ ਉਹ ਪਿੰਡ ਤੋਂ ਮਿੱਟੀ ਲੈ ਕੇ ਆ। ਉਹ ਕਹਿੰਦੇ ਜੀ 7 ਬਚਨ। ਉਹ ਲੋਈ ਮਾਈ ਗਈ, ਉਹਨੇ ਮਿੱਟੀ ਲਿਆਂਦੀ। ਹੁਣ ਕਹਿੰਦੇ ਕਬੀਰ ਜੀ ਨੂੰ ਉਹਨੂੰ ਕੁੱਟ, ਇਹਨੂੰ ਫੇ ਸਾਰੀ ਬਰੀਕ ਕਰ। ਉਹਨੇ ਮਹੀਨ ਕੀਤੀ ਕੁੱਟ ਕੇ। ਉਹ ਕਬੀਰ ਜੀ ਕਹਿੰਦੇ ਹੁਣ ਇਹਦੀ ਕੱਪੜ ਛਾਣ ਕਰ। ਉਹ ਮਾਈ ਲੋਈ ਨੇ ਸਾਰੀ ਨੂੰ ਪਤਲੇ ਕੱਪੜੇ ਨਾਲ ਸਾਰੀ ਮਿੱਟੀ ਨੂੰ ਕੱਪੜ ਛਾਣ ਕੀਤਾ। ਕੱਪੜ ਛਾਣ ਕਰਕੇ ਫਿਰ ਉਹ ਕਹਿੰਦੇ ਗੋ ਹੁਣ ਇਹਨੂੰ। ਉਹ ਚੰਗੀ ਤਰ੍ਹਾਂ ਗੋਈ। ਤੋ ਇਸ ਤਰ੍ਹਾਂ ਜਿਹੜਾ ਹੈ ਉਹ ਫਿਰ ਉਹਦਾ ਭਾਂਡਾ ਬਣਾਇਆ। ਕੱਚੇ ਭਾਂਡੇ 'ਚ ਪਾਣੀ ਪਵਾ ਦਿੱਤਾ, ਫਿਰ ਖੁਰ ਗਈ। ਕਹਿੰਦੇ ਬਸ ਚਲੀ ਜਾ, ਇਸ ਤਰ੍ਹਾਂ ਉਹ ਕਬੀਰ ਜੀ ਆਖਿਆ। ਤੇ ਉਹ ਨਾਲ ਵੇਂਦਾ ਸੀ, ਕਹਿੰਦਾ ਬਸ ਇਸ ਤਰ੍ਹਾਂ ਹੈ, ਤੂੰ ਵੀ ਇਹੀ ਗੁਣ ਹੈ ਵੀ ਜਾ ਕੇ ਆਪਣੀ ਪਤਨੀ ਨੂੰ ਇਹੀ ਕਾਰਜ ਕਰਾ, ਤੇ ਜਦੋਂ ਭਾਂਡਾ ਭੱਜ ਜਾਵੇਗਾ ਤੇ ਤੇਰੀ ਪ੍ਰਸਿੱਧੀ ਹੋ ਜਾਵੇਗੀ, ਜਦੋਂ ਕੱਚਾ ਭਾਂਡਾ ਟੁੱਟੇਗਾ। ਉਹ ਗਿਆ, ਜਾ ਕੇ ਆਪਣੀ ਪਤਨੀ ਨੂੰ ਕਹਿੰਦਾ ਭਾਗਵਾਨ ਨੇ ਜਾ ਮਿੱਟੀ ਲੈ ਕੇ ਆ। ਉਹ ਮੱਥੇ ਵੱਟ ਪਾਇਆ, ਉਹ ਸੜੇ ਬੜੇ ਸੁਭਾਅ ਨਾਲ ਗਈ ਤਾਂ ਚਲੀ, ਮਿੱਟੀ ਲੈ ਕਰਕੇ ਆਈ। ਉਹ ਕਹਿੰਦਾ ਹੁਣ ਇਹਨੂੰ ਕੁੱਟ। ਉਹ ਕਹਿੰਦੀ ਇਹਦਾ ਦਿਮਾਗ ਹਿੱਲ ਗਿਆ। ਉਹ ਕੁੱਟਣ ਲੱਗੀ ਮਿੱਟੀ ਨੂੰ। ਫਿਰ ਕਹਿੰਦਾ ਕਿ ਇਹਨੂੰ ਕੱਪੜ ਛਾਣ ਕਰ। ਉਹ ਕਹਿੰਦੀ ਲੋਕੋ ਇਹਦੇ ਦਿਮਾਗ ਵਿੱਚ ਫਰਕ ਪਿਆ ਵੀ ਕਦੀ ਮਿੱਟੀ ਦੀ ਵੀ ਕਿਸੇ ਕੱਪੜ ਛਾਣ ਕੀਤੀ ਹੈ। ਕਹਿੰਦਾ ਮੈਂ ਤੈਨੂੰ ਕਹਿੰਦਾ ਕੱਪੜ ਛਾਣ ਕਰ। ਉਹ ਕੱਪੜ ਛਾਣ ਕਰਾ ਕੇ ਕਹਿੰਦਾ ਹੁਣ ਇਹਨੂੰ ਗੋ। ਉਹ ਘਿਓ ਜਿਹੜਾ ਸੀ ਘਰ ਵਿੱਚੋਂ ਮਿੱਟੀ 'ਚ ਪਵਾਤਾ ਸਾਰਾ। ਮੁੜ ਕੇ ਕਹਿੰਦਾ ਹੁਣ ਇਹਨੂੰ ਭਾਂਡਾ ਬਣਾ ਕੇ ਇਹਦੇ 'ਚ ਪਾਣੀ ਭਰ। ਜਦੋਂ ਪਾਣੀ ਭਰਿਆ ਸਾਰਾ ਹੀ ਜਿਹੜਾ ਵਾ ਉਹ
ਨਿਕਲ ਗਿਆ ਪਾਣੀ, ਉਹ ਭਾਂਡਾ ਗਿੱਲੇ 'ਚ ਕੀ ਖੜਨਾ ਪਾਣੀ। ਤੋ ਇਸ ਤਰ੍ਹਾਂ ਉਹ ਜਦੋਂ ਮਾਈ ਬਹੁਤਾ ਤੰਗ ਕਰੇ ਹਰਖੀ ਉਹਨੇ ਬਹੁਤ, ਫਿਰ ਇਹਨੂੰ ਉਹ ਹੱਥ ਵਿੱਚ ਜਿਹੜਾ ਕੁੱਟਣ ਵਾਸਤੇ ਉਹ ਥਾਪਾ ਆਦਿਕ ਲੱਕੜ ਸੀਗੀ ਮਿੱਟੀ ਦੀ ਹੋਈ, 2-4 ਮੌਰਾਂ ਤੇ ਮਾਰੇ, ਨਾਲੇ ਰੌਲਾ ਪਾਇਆ, ਕਹਿੰਦੇ ਕਿ ਇਹ ਹਿੱਲ ਗਿਆ, ਇਹ ਕਮਲਾ ਹੋ ਗਿਆ। ਜਾਂ ਕੁਝ ਐਂ ਵੀ ਕਹਿੰਦੇ ਆ, ਉਹ ਕਹਿੰਦੇ ਉਹ ਕਬੀਰ ਸਾਹਿਬ ਜੀ ਜਿਵੇਂ ਉਹ ਕਹਿੰਦੇ ਰੱਸਾ ਲੈ ਕੇ ਆ, ਇਸ ਤਰ੍ਹਾਂ ਪਾਣੀ ਲੈ ਕੇ ਆ ਜਾਂ ਅੱਗ ਲੈ ਕੇ ਆ। ਉਹ ਆਖੇ ਕਰੇ ਰੱਸਾ ਲਿਆ, ਉਹ ਕਹਿੰਦੀ ਫਾਹ ਲੈਣਾ, ਉਹ ਕਹਿੰਦਾ ਜਾਂ ਅੱਗ ਲੈ ਕੇ ਕਹਿੰਦੀ ਸੜਨਾ, ਉਹ ਕਹਿੰਦਾ ਜਾਂ ਪਾਣੀ ਲੈ ਕੇ ਕਹਿੰਦੀ ਡੁੱਬਣਾ। ਉਹ ਹਾਰ ਕੇ ਕਬੀਰ ਸਾਹਿਬ ਜੀ ਦੇ ਪਾਸ ਜਾ ਕੇ ਕਹਿੰਦਾ ਮਹਾਰਾਜ ਉਹ ਮੇਥੋਂ ਤਾਂ ਗੱਲ ਨਹੀਂ ਬਣੀ। ਕਬੀਰ ਜੀ ਕਹਿੰਦੇ ਬਸ ਆਹੀ ਹੈ, ਜਿਹਦੀ ਪਤਨੀ ਕਹਿਣੇ 'ਚ ਹੈ ਨਾ ਸਤਿਕਾਰ ਕਰਦੀ ਹੈ, ਉਸੇ ਦੀ ਬਾਹਰ ਜੈ ਜੈਕਾਰ ਹੈ। ਜਿਹਨੂੰ ਘਰੇ ਕੋਈ ਪੁੱਛਦਾ ਨਹੀਂ, ਜਿਹਦੀ ਪਤਨੀ ਨਰਾਦਰ ਕਰਦੀ ਆ, ਉਹ ਬਾਹਰ ਜਿੱਡਾ ਮਰਜ਼ੀ ਬਣਿਆ ਫਿਰੇ, ਉਹ ਜਿਹਦੀ ਘਰੇ ਨਰਾਦਰ ਹੈ ਨਾ ਉਹਦਾ ਬਾਹਰ ਵੀ ਨਰਾਦਰ ਹੀ ਹੋਵੇਗਾ। ਜਿਹੜਾ ਲਾਹੌਰ ਢੱਠਾ ਉਹ ਪਿਸ਼ੌਰ ਵੀ ਢੱਠਾ। ਉਹ ਕਹਿੰਦੇ ਨਾ ਕੋਈ ਭਲਵਾਨ ਸੀਗਾ, ਉਹਦੇ ਪਿਤਾ ਨੇ ਬੜਾ ਪਾਲਿਆ, ਉਹਨੂੰ ਘਿਓ ਘੂ ਦੇਵੇ ਕਰੇ। ਜਦੋਂ ਕਾਫੀ ਜਵਾਨ ਹੋਇਆ, ਰਾਜੀ ਹੋਇਆ, ਤੇ ਕਹਿੰਦਾ ਲੈ ਹੁਣ ਪੁੱਤ ਤੈਨੂੰ ਲਾਹੌਰ ਦੇ ਮੇਲੇ ਤੇ ਘਲਾਉਣਾ ਹੈ। ਤੇ ਕਹਿੰਦਾ ਚੱਲ ਪਿਤਾ ਜੀ ਗੱਡਦੇ ਨੇ ਝੰਡੀ। ਲਾਹੌਰ ਦੇ ਮੇਲੇ ਤੇ ਝੰਡੀ ਗੱਡੀ, ਇੱਥੇ ਢਹਿ ਗਿਆ। ਫਿਰ ਇੱਥੋਂ ਪਿਸ਼ੌਰ ਚਲੇ ਗਏ, ਮੇਲਾ ਆਇਆ, ਕਹਿੰਦੇ ਜੀ ਪਿਸ਼ੌਰ, ਪਿਤਾ ਜੀ ਕਹਿੰਦਾ ਇੱਥੇ ਹੁਣ ਝੰਡੀ ਗੱਡੀ। ਉਹ ਫਿਰ ਝੰਡੀ ਗੱਡੀ, ਇੱਥੇ ਫਿਰ ਢਹਿ ਗਿਆ। ਉਹ ਕਹਿੰਦਾ ਪਿਤਾ ਜੀ ਹੁਣ ਜਿਹੜਾ ਹੈ ਨਾ ਉਹ ਆਪਾਂ ਸੈਫਲਾਬਾਦ ਜਾਂ ਕੁਝ ਹੋਰ ਨਗਰ ਦਾ ਨਾਮ ਲੈਂਦੇ ਆ, ਕਰਾਚੀ, ਕਹਿੰਦੇ ਕਰਾਚੀ ਆਪਾਂ ਜਾ ਚੰਡੀਗੜ੍ਹ ਹੁੰਦਾ। ਉਹ ਕਹਿੰਦਾ ਪੁੱਤ ਜਿਹੜਾ ਲਾਹੌਰ ਢੱਠਾ ਉਹ ਪਿਸ਼ੌਰ ਵੀ ਢੱਠਾ। ਤੋ ਇਸ ਤਰ੍ਹਾਂ ਜਿਹਦੀ ਖਾਲਸਾ ਜੀ ਘਰੇ ਨਰਾਦਰ ਹੈ, ਜਿਹਦੀ ਪਤਨੀ ਸੇਵਾ ਭਾਵਨਾ ਵਾਲੀ ਆ ਨਾ, ਬਾਣੀ ਪੜ੍ਹਨ ਵਾਲੀ ਆ, ਉਹਦੀ ਮਾਈ ਦੇ ਹੱਥੋਂ ਪ੍ਰਸ਼ਾਦਾ ਛਕੇਗਾ, ਜੋ ਵੀ ਪਰਿਵਾਰ ਦਾ ਸਾਰਾ 2 ਵਕਤ ਹੀ ਛਕਦਾ ਹੈ, ਉਹਨਾਂ ਦੀ ਬਿਰਤੀ ਵੀ ਵੈਸੀ ਹੋ ਜਾਂਦੀ ਹੈ। ਕਿਉਂਕਿ ਇਹ ਮਾਈ ਵਿੱਚ ਵੱਡਾ ਗੁਣ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਰਦਾਨ ਦਿੱਤਾ, ਮਾਈਆਂ ਰੱਬ ਰਜਾਈਆਂ, ਇਹ ਰੱਬ ਵਾਲੇ ਪਾਸੋਂ ਰਜਾਈਆਂ ਹੋਈਆਂ ਨੇ। ਤੋ ਜਿਹੜੀ ਮਾਈ ਸੇਵਾ ਭਾਵ ਵਾਲੀ ਸਿਮਰਨ ਵਾਲੀ ਹੈ, ਉਹ ਬਾਣੀ ਪੜ੍ਹੇਗੀ। ਕਿਉਂਕਿ ਸਾਡੇ ਆਲੇ ਦੁਆਲੇ ਜੋ ਵੀ ਵਸਤੂ ਹੈ, ਉਹ ਸਾਧ ਸੰਗਤ ਜੀ ਸਾਡੀ ਬਿਰਤੀ ਦਾ ਪ੍ਰਭਾਵ ਉਹ ਵਸਤੂ ਕਬੂਲਦੀ ਹੈ। ਚਾਹੇ ਉਹ ਨਰਜਿੰਦੀ ਵਸਤੂ ਹੈ, ਆਟਾ ਹੈ, ਦਾਲ ਹੈ, ਕੋਈ ਪਾਣੀ ਹੈ। ਕੋਈ ਮਾਈ ਘਰ ਦਾ ਕਾਰਜ ਕਰੇ, ਜਿਵੇਂ ਉਹਦੀ ਬਿਰਤੀ ਹੋਵੇਗੀ, ਉਹ ਖਾਣੇ ਵਿੱਚ ਉਹ ਬਿਰਤੀ ਦਾ ਅਸਰ ਹੁੰਦਾ ਹੈ। ਇਹ ਸਾਇੰਸ ਵੀ ਮੰਨਦੀ ਹੈ ਵੀ ਕੁਝ ਵੇਵਸ ਹੁੰਦੀਆਂ ਜਿਹੜੀਆਂ ਉਹ ਪਕੜ ਕਰਦੀ, ਹਰੇਕ ਵਸਤੂ ਪਕੜ ਕਰਦੀ ਹੈ। ਤੋ ਜੇ ਕੋਈ ਉਹ ਐਸੀ ਬਿਰਤੀ ਨਾਲ ਬਣਾਇਆ, ਮੱਥੇ ਵੱਟ ਪਾ ਕੇ, ਉਹ ਜਿਵੇਂ ਉਹ ਕਹਿੰਦੇ ਆ ਨਾ, ਬਾਬਾ ਹਰਨਾਮ ਸਿੰਘ ਸੀ ਇੱਥੇ ਰੱਤੋ ਕੇ ਝਾੜ ਸਾਹਿਬ ਵਾਲਿਆ, ਪਰਸੋਂ ਗਏ ਅਸੀਂ ਗਿਆਨੀ ਜੀ ਸੁਣਾਉਣ। ਇੱਥੇ ਕੋਈ ਬਜ਼ੁਰਗ ਆਇਆ ਸੀਗਾ ਇੱਧਰ ਦਾ, ਲੁਧਿਆਣੇ ਦਾ, ਉਹ ਪਹਿਲਾਂ ਰੱਤੋ ਕੇ ਝਾੜ ਸਾਹਿਬ ਰਹਿੰਦਾ ਰਿਹਾ, ਉਮਰ ਉਹਦੀ 100 ਵਰੇ ਹੈ। ਉਹ ਬਜ਼ੁਰਗ ਗੱਲ ਸੁਣਾਵੇ, ਉਹ ਬਾਬਾ ਹਰਨਾਮ ਸਿੰਘ ਝਾੜ ਸਾਹਿਬ ਵਾਲਿਆਂ ਨਾਲ ਰਹਿੰਦਾ ਹੁੰਦਾ ਸੀ। ਕਹਿੰਦਾ ਉਹ ਬਾਬਾ ਹਰਨਾਮ ਸਿੰਘ ਸੀ ਜਿਹੜੇ, ਉਹ ਕੋਈ ਜਿਹੜਾ ਸੀ ਉਹ ਮਨੁੱਖ ਜਾਂ ਪੁਰਖ, ਉਹ ਕਹਿੰਦਾ ਜੀ ਦਰਸ਼ਨ ਕਰਨ ਚੱਲਣੇ, ਇੱਥੇ ਲਾਗੇ ਹੀ ਝਾੜ ਸਾਹਿਬ। ਆਪਦੀ ਪਤਨੀ ਨੂੰ ਕਹਿੰਦਾ, ਉਹ ਕਹਿੰਦੀ ਕਿੱਧਰ ਯਾਰਡ 'ਚ ਜਾਂਦੇ ਫਿਰਾਂਗੇ, ਉਹ ਹੈ ਹੁਣ ਵੀ ਉੱਥੇ ਟਿੱਬਾ ਹੀ ਹੈ। ਉਹ ਯਾਰਡ 'ਚ ਕਹਿੰਦੇ ਕਿੱਧਰ ਜਾਵਾਂਗੇ, ਦਰਸ਼ਨ ਰਹਿਣ ਦੋ, ਆਪਾਂ ਚੱਲੀਏ ਜਿਹੜੇ ਮੇਰੇ ਪੇਕਿਆਂ ਨੂੰ। ਕਹਿੰਦਾ ਨਹੀਂ ਜਾਣੇ ਕਰਕੇ। ਉਹ ਕਹਿੰਦੀ ਚੱਲ ਆਖੇ ਸਾਧ ਦਾ ਕੰਡਾ ਵੀ ਕੱਢ ਹੀ ਜਾਈਏ। ਉਹ ਜਾਂਦਿਆਂ ਨੂੰ ਜਦੋਂ ਗਈ ਨਾ ਉਹ ਮਾਈ, ਤੇ ਬਾਬਾ ਹਰਨਾਮ ਸਿੰਘ ਜੀ ਜਾਂਦਿਆਂ ਨੂੰ ਸੂਲ ਲੈ ਕੇ ਤੇ ਪੈਰ ਫਰੋਲੀ ਜਾਣ। ਉਹ ਪੈਰ ਅੱਗੇ ਕਰਕੇ ਮਾਈ ਨੂੰ ਕਹਿੰਦੇ, ਮਾਈ ਮੈਨੂੰ ਤਾਂ ਲੱਭਾ ਨਹੀਂ, ਤੈਨੂੰ ਵਾਹਵਾ ਹਿਸਾਬ ਆ ਕੰਡਾ ਕੱਢਣ ਦਾ, ਤੇ ਲੈ ਮੇਰੇ ਪੈਰ ਦਾ ਕੰਡਾ ਹੀ ਕੱਢ ਜਾ। ਤੋ ਇਸ ਤਰ੍ਹਾਂ ਉਹ ਫਿਰ ਉਹ ਮਾਫੀਆਂ ਮੰਗੇ। ਉਹ ਜਿਹੜਾ ਮਨੁੱਖ ਹੈ, ਫਿਰ ਸਭਾ ਦੇ ਵਿੱਚ ਬੜੀ ਉਹਦੀ ਹੇਠੀ ਹੋਈ ਵੀ ਇਹਦੀ ਪਤਨੀ ਦਾ ਸੁਭਾਅ ਐਸਾ ਹੈ। ਤੋ ਜੋ ਸਾਧ ਸੰਗਤ ਦੀ ਸੇਵਾ ਭਾਵਨਾ ਵਾਲਾ ਕੋਈ ਪਤੀ ਸਤੀ ਆ, ਕੋਈ ਮਾਈ, ਕੋਈ ਭਾਈ ਹੈ, ਉਹਦਾ ਪ੍ਰਭਾਵ ਸਾਰੇ ਪ੍ਰਭਾਵ ਤੇ, ਕਿਉਂਕਿ ਆਭਾ ਮੰਡਲ ਹੁੰਦਾ। ਚੋਰ ਦਾ ਵੀ ਆਭਾ ਮੰਡਲ ਹੈ, ਸਾਧੂ ਦਾ ਵੀ ਆਭਾ ਮੰਡਲ ਹੈ। ਤੁਸੀਂ ਸਾਧੂ ਕੋਲ ਬੈਠੋ, ਉਥੇ ਤੁਹਾਡਾ ਮੱਲੋ ਮੱਲੀ ਮਨ ਕਰੇਗਾ ਵੀ ਨਾਮ ਜਪੀਏ। ਤੇ ਕੋਈ ਜਿੱਥੇ ਆ ਕੋਈ ਕਾਮ ਦੀ ਪ੍ਰਦਰਸ਼ਨੀ ਹੋਈ ਹੋਵੇ, ਕੋਈ ਆ ਪੈਲਸਾਂ ਵਿੱਚ ਜਾਂ ਕੋਈ ਜਿੱਥੇ ਮੀਟ ਸ਼ਰਾਬ ਚੱਲਦਾ, ਉੱਥੇ ਜੇ ਕੋਈ ਆਖੇ ਮਾਲਾ ਫੜ ਕੇ ਮੈਂ ਨਾਮ ਜਪ ਲਾਂਗਾ, ਝੂਠ ਹੈ। ਕਿਉਂਕਿ ਉਹਨਾਂ ਦਾ ਆਪਦਾ ਆਭਾ ਮੰਡਲ ਹੈ। ਸਾਧੂ ਦਾ ਵੀ ਆਭਾ ਮੰਡਲ ਹੈ, ਚੋਰ ਦਾ ਵੀ ਆਭਾ ਮੰਡਲ ਹੈ। ਚੋਰ ਕੋਲ ਬੈਠੋਗੇ, ਪਾਪੀ ਕੋਲ ਬੈਠੋਗੇ, ਤੁਹਾਡਾ ਮਨ ਚੰਚਲਤਾ ਹੀ ਕਰੇਗਾ। ਸਾਧੂ ਕੋਲ ਬੈਠੋਗੇ ਤੇ ਆਪਦੇ ਆਪ ਨੂੰ ਮੈਲਾ ਮਹਿਸੂਸ ਕਰੀਦਾ, ਆਖੀਦਾ ਮਨਾ ਕਿੱਥੇ ਪਹੁੰਚਿਆ ਹੋਇਆ ਤੇ ਤੂੰ ਕਿੱਥੇ ਹੈ। ਤੋ ਅਗਾਹ ਕੂ ਤਰਾਗ ਪਿੱਛਾ ਦੇਖਣਾ ਮੋਢੜਾ। ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਗੁਰੂ ਰਾਮਦਾਸ ਮਹਾਰਾਜ ਜੀ, ਫਿਰ ਬੀਬੀ ਭਾਨੀ ਜੀ ਦੀ ਸੇਵਾ ਵੱਡੀ ਹੈ, ਜਿਸ ਕਰਕੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਮਿਲੀ, ਨਾਲ ਹੀ ਸੋਢੀਆਂ ਦੀ ਵੰਸ਼ ਵਿੱਚ ਹੀ ਗੁਰਤਾ ਰਹਿ ਜਾਵੇਗੀ, ਵਰਦਾਨ ਵੀ ਲੈ ਲਿਆ। ਤੋ ਇਸ ਤਰ੍ਹਾਂ
ਉੱਥੇ ਜਿੱਥੇ ਹੈ ਆਪਣਾ ਗੋਇੰਦਵਾਲ ਸਾਹਿਬ ਚੁਬਾਰਾ ਸਾਹਿਬ, ਉੱਥੇ ਉਵੇਂ ਹੀ ਉਹ ਚੁੱਲ੍ਹਾ ਵੀ ਹੈ ਬੀਬੀ ਭਾਨੀ ਜੀ ਦਾ। ਨਾਲ ਉੱਥੇ ਜਿੱਥੇ ਬੈਠ ਕੇ ਬੀਬੀ ਭਾਨੀ ਜੀ ਪ੍ਰਸ਼ਾਦਾ ਪਕਾ ਕੇ ਸਿੱਖਾਂ ਸੰਗਤਾਂ ਨੂੰ ਇੱਕ ਛੋਟੇ ਜਿਹੇ ਚੁੱਲ੍ਹੇ ਤੇ ਪ੍ਰਸ਼ਾਦਾ ਪਕਾ ਕੇ ਗੁਰੂ ਅਮਰਦਾਸ ਮਹਾਰਾਜ ਦਰਸ਼ਨ ਕਰਨਾ ਹੀ ਸਾਰੀ ਸਿੱਖ ਸੰਗਤਾਂ ਨੂੰ ਪੂਰਾ ਕਰ ਦਿੰਦੇ ਸੀਗੇ। ਇਹੋ ਜਿਹੀ ਦਇਆ ਸੀਗੀ। ਜੇ ਮੰਨ ਲਓ ਗੁਰੂ ਅਮਰਦਾਸ ਮਹਾਰਾਜ ਦਰਸ਼ਨ ਕਰਨ ਕੋਈ ਘਰੇ ਸਿੱਖ ਆਉਂਦਾ ਨਾ, ਮਹਾਰਾਜ ਦਾ ਘਰ ਪਰੇ ਹੈ ਚੁਬਾਰਾ ਸਾਹਿਬ, ਇੱਥੇ ਆਈ ਸੰਗਤ ਨੂੰ ਘਰੇ ਆਏ ਨੂੰ ਇਹ ਨਹੀਂ ਵੀ ਉੱਥੇ ਲੰਗਰ ਚੱਲਦਾ ਉੱਥੇ ਪ੍ਰਸ਼ਾਦਾ ਛਕੋ। ਬੀਬੀ ਭਾਨੀ ਜੀ ਹੱਥੀਂ ਪ੍ਰਸ਼ਾਦਾ ਬਣਾ ਕੇ, ਉੱਥੇ ਛੋਟਾ ਜਿਹਾ ਚੌਂਕਾ ਚੁੱਲ੍ਹਾ ਬਣਿਆ ਥੋੜ੍ਹੀ ਥਾਂ 'ਚ ਹੀ ਘਰ ਮਹਾਰਾਜ ਦਾ, ਉੱਥੇ ਬੀਬੀ ਭਾਨੀ ਜੀ ਬਣਾ ਕਰਕੇ ਤੇ ਪ੍ਰਸ਼ਾਦਾ ਪਾਣੀ ਸਿੱਖਾਂ ਦੀ ਸੇਵਾ ਕਰਦੇ ਰਹੇ ਆ। ਤੋ ਐ ਵੱਡੀ ਸੇਵਾ ਹੈ ਬੀਬੀ ਭਾਨੀ ਜੀਆਂ ਦੀ। ਤੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਹੀ ਬੀਬੀ ਜੀ ਵੀ ਪਿਤਾ ਗੁਰੂ ਅਮਰਦਾਸ ਮਹਾਰਾਜ ਦੀ ਬਹੁਤ ਸੇਵਾ ਕਰ ਰਹੇ ਹਨ। ਮਨ ਬਚ ਕ੍ਰਮ ਤੇ ਨਿਸ ਦਿਨ ਭਾਨੀ। ਤੋ ਮਨ ਬਾਣੀ ਸਰੀਰ ਕਰਕੇ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਵਿੱਚ ਹਨ ਤਤਪਰ ਬੀਬੀ ਭਾਨੀ ਜੀ। ਪਿਖ ਦੋਨਹੁ ਕੀ ਦਿਸ਼ ਗੁਰ ਸਾਚੋ। ਤੋ ਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਦੋਵਾਂ ਦੀ ਤਰਫ ਦੇਖ ਦੇਖ ਕੇ ਗੁਰੂ ਰਾਮਦਾਸ ਮਹਾਰਾਜ ਤੇ ਧੰਨ ਬੀਬੀ ਭਾਨੀ ਜੀ ਤਿੰਨਾਂ ਵੱਲ ਵੇਖ ਵੇਖ ਕੇ ਗੁਰੂ ਅਮਰਦਾਸ ਜੀ ਲੇਸ਼ ਬੇਕਾਰ ਨਾ ਜਿਨ ਮਨ ਰਾਚੋ। ਤੇ ਜਾਣ ਕੇ ਇਹ ਜਾਣਦੇ ਆ ਸੱਚੇ ਪਾਤਸ਼ਾਹ ਜੀ ਵੇਖ ਵੇਖ ਕੇ ਵੀ ਇਹਨਾਂ ਦੇ ਮਨ ਵਿੱਚ ਕੋਈ ਵਕਾਰ ਲੇਸ਼ ਮਾਤਰ ਵੀ ਨਹੀਂ। ਦੋਵਾਂ ਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਮਾਰੇ ਹੋਏ ਆ, ਲੇਸ਼ ਮਾਤਰ ਵੀ ਇਹਨਾਂ ਦੇ ਮਨ ਵਿੱਚ ਵਕਾਰ ਨਹੀਂ ਹੈ। ਹੋਤ ਪ੍ਰਸੰਨ ਚਹਿਸ ਅਧਿਕਾਈ। ਤੇ ਇਹ ਪ੍ਰਸੰਨ ਹੋ ਰਹੇ ਆ ਮਹਾਰਾਜ ਜੀ ਇਹਨਾਂ ਤੇ ਬਹੁਤਾ ਸੇਵਾ ਕਰਦਿਆਂ ਵੇਖ ਕੇ ਬੜਾ ਖੁਸ਼ ਸੱਚੇ ਪਾਤਸ਼ਾਹ ਜੀ ਹੋ ਰਹੇ ਹਨ। ਦੀਜ ਹੈ ਅਬਗਾਦੀ ਗੁਰ ਆਈ। ਤੇ ਮਹਾਰਾਜ ਜੀਆਂ ਨੇ ਇਸ ਤਰ੍ਹਾਂ ਫਿਰ ਉਹ ਗੁਰਤਾ ਦੀ ਗੱਦੀ ਜਿਹੜੀ ਵੀ ਉਹ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ਿਸ਼ ਕੀਤੀ। ਉਹ ਵੀ ਚੁਬਾਰਾ ਸਾਹਿਬ ਦੇ ਸਥਾਨ ਤੇ ਹੀ ਗੁਰੂ, ਜਾਂ ਕੁਝ ਇੱਥੇ ਮੰਨਦੇ ਵੈ ਜਿੱਥੇ ਥੜਾ ਸਾਹਿਬ ਹੈ, ਕੁਝ ਉੱਥੇ ਵੀ ਮੰਨਦੇ ਵੈ। ਤੋ ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਵੀ ਇੱਥੇ ਹੀ ਸਮਾਏ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਵੀ ਚੁਬਾਰਾ ਸਾਹਿਬ ਹੈ। ਤੋ ਇਸ ਤਰ੍ਹਾਂ ਜਿਹੜਾ ਵੈ ਨਾਲ ਹੀ ਭਾਈ ਗੁਰਦਾਸ ਜੀ ਦਾ ਉਹ ਸਥਾਨ ਹੈ ਜਿੱਥੇ ਭਾਈ ਗੁਰਦਾਸ ਜੀ ਜਿਹੜੇ ਆ ਉਹ ਸੱਚਖੰਡ ਗਏ ਆ। ਨਾਲ ਹੀ ਗੁਰੂ ਰਾਮਦਾਸ ਮਹਾਰਾਜ ਦਾ ਖੂਹ ਹੈ ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਸੰਗਤਾਂ ਦੀ ਸੇਵਾ ਕਰਦੇ ਵਿਹਲੇ ਸਮੇਂ ਜਲ ਛਕਾਉਂਦੇ ਰਹੇ ਆ। ਬੌਲੀ ਸਾਹਿਬ ਦੀ ਸੇਵਾ ਕਰਨ ਆਈਆਂ ਸੰਗਤਾਂ ਨੂੰ। ਤਾਂ ਇਸ ਤਰ੍ਹਾਂ ਬੜੇ ਸਥਾਨ ਹੈ ਇੱਥੇ ਗੋਇੰਦਵਾਲ ਸਾਹਿਬ ਨਗਰ ਅੰਦਰ। ਤੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਬੀਬੀ ਭਾਨੀ ਜੀਆਂ ਦੀ ਸੇਵਾ ਤੋਂ ਖੁਸ਼ ਹੋਏ ਆ ਤੇ ਗੁਰਤਾ ਸੋਢੀ ਕੁਲ ਵਿੱਚ ਹੀ ਰਹੇਗੀ। ਇਹੋ ਜਿਹੇ ਵਰਦਾਨ ਵੀ ਦਿੱਤੇ ਉਹ ਆਪਾਂ ਪਿੱਛੇ ਸੁਣੇ ਆ। ਅੱਗੇ ਜਿਵੇਂ ਕਥਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਫਿਰ ਆਰੰਭ ਹੁੰਦੀ ਹੈ, ਇਹ ਪਾਵਨ ਪਵਿੱਤਰ ਨਗਰ ਕਿਵੇਂ ਵਸਦਾ ਉਹ ਸਾਰੀ ਅੱਗੇ ਕਥਾ ਆ ਰਹੀ ਹੈ। ਚਿਤ ਬਿਰਤੀਆਂ ਕਾਗਰ ਕਰਕੇ ਤੇ ਹਾਜ਼ਰੀਆਂ ਭਰ ਭਰ ਕੇ ਸਰਵਣ ਕਰੀਏ ਜੀ। ਬੁੱਧੀ ਬੜੀ ਥੋੜ੍ਹੀ ਹੈ, ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਗਰੀਬ ਨਵਾਜ ਆਪ ਸਭ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਪਿਖ ਦੋਨਹੁ ਕੀ ਦਿਸ਼ ਗੁਰ ਸਾਚੋ। ਲੇਸ਼ ਬੇਕਾਰ ਨ ਜਿਨ ਮਨ ਰਾਚੋ। ਹੋਤ ਪ੍ਰਸੰਨ ਚਹਿਸ ਅਧਿਕਾਈ। ਦੀਜਹਿ ਅਬਗਾਦੀ ਗੁਰ ਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰਿ ਹਰੇ ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖਾ ਹੀਐ ਪਰੋਇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ।
ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ